हेलो डियर स्टूडेंट्स। सो ਆਪਾਂ ट्रिग्नोमैट्रिक सीरीज़ ਦੇ ਸਮ ਦੇ ਲਈ ਕਰ ਰਹੇ ਸੀਗੇ ਸਮ ਆਫ ट्रिग्नोमैट्रिक सीरीज़ ਜਿਹਦੇ ਵਿੱਚ ਥਰਡ ਟਾਈਪ ਹੈ ਸਾਡੇ ਕੋਲ। ਅਗਰ ਸਾਡੇ ਕੋਲ ਸੀਰੀਜ਼ ਜਿਹੜੀ ਫਾਰਮ ਹੋ ਰਹੀ ਆ ਉਹ ਬਾਇਨੋਮੀਅਲ ਬਣਦੀ ਹੋਵੇ 1 + x ਰੇਜ਼ ਟੂ ਪਾਵਰ n ਦੀ ਐਕਸਪੈਂਸ਼ਨ ਲਾਈਕ ਦਿਸ ਵਨ ਕਿ ਅਗਰ ਤੁਹਾਡੇ ਕੋਲ 1 + nx + n × n - 1/2 ਫੈਕਟੋਰੀਅਲ × x ਸਕੁਅਰ n × n - 1 into n - 2/3 factorial into x cube ਆਹ वाली फॉर्मेशन बनती हो भी तो यदी जगह पर ਆਪਾਂ लिखना 1 + x रेज़ टू पावर n। पहले स्टैप तुहानूं पता ही है कि पहले आप सीरीज़ नूं पहचान के लिखना कि कॉस की सीरीज़ है कि साइन की, फिर आप योटा एस ऐड करके यू राइट दी सीरीज़ एंड दैन यू हैव टू रिकोगनाइज़ कि वो सीरीज़ किस टाइप की बनती है, GP बनती है, AP बनती है, या तीजी टाइप जी बायनोमियल वाली बनती है। तो ये एग्जाम्पल देखते हैं आप। here is the example, this is the given series ਜਿਹਦਾ ਸਮ ਆਪਾਂ ਫਾਈਂਡ ਆਊਟ ਕਰਨਾ ਅਪ ਟੂ n + 1 ਟਰਮਸ। ਕਿਉਂਕਿ ਆ ਜਿਹੜੀ ਬਾਇਨੋਮੀਅਲ ਹੁੰਦੀ ਹੈ ਨਾ, ਅਗਰ ਇਹਦੀ 1 + x ਦੀ ਪਾਵਰ n ਦਿੱਤਾ ਹੋਇਆ ਨਾ ਤਾਂ ਇਹਦੇ ਵਿੱਚ ਨੰਬਰ ਆਫ ਟਰਮਸ ਜਿਹੜੀਆਂ ਉਹ n + 1 ਆਉਂਦੀਆਂ ਆ ਅਗਰ ਉਹ ਪੋਜ਼ੀਟਿਵ ਇੰਟੀਜਰ ਹੈ। ਅਗਰ n ਪੋਜ਼ੀਟਿਵ ਇੰਟੀਜਰ ਹੈ ਦੈਨ ਸੋ ਇਹਦੇ ਵਿੱਚ ਸਾਨੂੰ ਕੁਐਸਚਨ ਦੇ ਵਿੱਚ ਵੀ ਦਿੱਤਾ ਹੋਇਆ ਕਿ n + 1 ਟਰਮਸ ਦਾ ਸਮ ਫਾਈਂਡ ਆਊਟ ਕਰੋ, n ਇੱਕ ਪੋਜ਼ੀਟਿਵ ਇੰਟੀਜਰ ਹੈ। So we can apply this formula. तो cos raised to power n minus n into cos raised to power n minus 1 alpha cos alpha and so on ਦਿੱਤਾ ਹੋਇਆ। ਆਪਾਂ ਇਹ 'ਚ ਦੇਖਿਆ ਕਿ cos ਵਾਲੀਆਂ ਸਾਰੀਆਂ ਟਰਮ ਹੈ ਤਾਂ ਓਬਵੀਅਸਲੀ c ਹੋਏਗਾ। ਅਦਰਵਾਈਜ਼ ਆਪਾਂ ਇਹ ਵੀ ਦੇਖ ਸਕਦੇ ਕਿ ਐਂਗਲ ਜਿਹੜਾ AP 'ਚ ਆ ਰਿਹਾ ਆ ਅਰਥਮੈਟਿਕ ਪ੍ਰੋਗਰੈਸ਼ਨ ਫਾਰਮ ਕਰ ਰਿਹਾ ਅਲਫਾ, ਫਿਰ 2 ਅਲਫਾ, ਫਿਰ 3 ਅਲਫਾ, ਤਾਂ cos ਵਾਲੀ ਟਰਮ ਆ। ਸੋ ਇਹਨੂੰ ਆਪਾਂ c ਨਾਮ ਦੇ ਦਿੱਤਾ। ਉਸ ਤੋਂ ਬਾਅਦ ਆਪਾਂ s ਲਿਖਣਾ ਆ। ਕੀ ਕਰਨਾ ਸੀ, ਜਿੱਥੇ ਜਿੱਥੇ cos ਆਉਂਦਾ ਉਹਦੀ ਜਗ੍ਹਾ 'ਤੇ ਸਾਈਨ ਕਰ ਦੇਣਾ। ਹੁਣ ਜਿਹੜੀ ਆ ਪਹਿਲੀ ਟਰਮ ਆ ਤਾਂ ਇਹਦੇ ਨਾਲ ਸਮਿਟਰੀ ਆ ਰਹੀ ਨਾ, cos ਦੀ ਪਾਵਰ n ਫਿਰ cos ਦੀ ਪਾਵਰ n - 1। ਜਿਹੜੀ ਆਹ ਵਾਲੀ ਟਰਮ ਹੈ cos alpha cos 2 alpha ਇਹ ਨਹੀਂ ਇੱਥੇ ਆ ਰਹੀ, ਇਸ ਕਰਕੇ ਇਹਦੀ ਜਗ੍ਹਾ 'ਤੇ ਆਪਾਂ 0 ਲਿਖ ਦੇਣਾ। ਬਾਕੀ ਆਪਾਂ ਸਾਰਾ ਇਸੇ ਤਰੀਕੇ ਨਾਲ ਹਰ ਇੱਕ ਟਰਮ ਦੇ ਵਿੱਚ ਜਿਹੜਾ cos alpha ਸੀ ਜਾਂ cos 2 alpha ਸੀ ਉਹਦੀ ਜਗ੍ਹਾ 'ਤੇ sin alpha sin 2 alpha ਕਰਕੇ ਬਾਕੀ ਸਾਰੀਆਂ ਟਰਮ ਐਜ਼ ਇਟ ਇਜ਼ you'll write then you'll write c plus iota s from this। तो c plus iota s ਦੇ ਲਈ ਆਪਾਂ ਕੋਰਸਪੋਂਡਿੰਗ ਟਰਮਸ ਨੂੰ ਐਡ ਕਰਦੇ ਹਾਂ। ਤਾਂ ਇਹਦੇ 'ਚ ਐਡ ਕੀਤਾ, ਇਹਨਾਂ ਦੋਨੋਂ 'ਚ n ਕਾਮਨ ਆ ਗਿਆ, ਐਡ ਕਰਾਂਗੇ। ਇੱਥੇ ਜਿਹੜਾ ਆ cos alpha plus iota sin alpha will be e raised to power iota alpha। ਇਹਦੀ ਆਹ ਚੀਜ਼ ਜਿਹੜੀ ਹੈ this one ਆ ਕਾਮਨ ਆ ਜਾਏਗਾ, ਅੰਦਰ ਆ ਵੀ ਕਾਮਨ ਆ ਜਾਏਗਾ। ਸੋ this will be e raised to power iota 2 alpha up to n + 1 terms। सो यू कैन सी कि cos raised to power n अगर कॉमन ले लीए ਇਹਦੇ ਵਿੱਚੋਂ ਤੇ 1 ਮਾਈਨਸ ਇੱਥੇ cos raised to power n - 1 ਸੀ ਤਾਂ n ਕਾਮਨ ਲਈਏ ਪਾਵਰ ਤਾਂ cos alpha ਨੀਚੇ ਆ ਜਾਏਗਾ। ਇੱਦੀ ਇਹਦੇ ਵਿੱਚੋਂ cos alpha ਦਾ ਸਕੁਅਰ ਕਾਮਨ ਆ ਜਾਏਗਾ, cos alpha ਦਾ ਸਕੁਅਰ ਇਨ ਡਿਨੋਮੀਨੇਟਰ ਆ ਜਾਏਗਾ। ਤਾਂ ਇਸ ਤਰੀਕੇ ਨਾਲ ਆ ਗਿਆ। ਹੁਣ ਆਪਾਂ ਅਗਰ ਇਸ ਟਰਮ ਨੂੰ x ਮੰਨ ਲਈਏ, ਇਫ ਵੀ ਪੁੱਟ ਦਿਸ ਇਜ਼ x, ਤਾਂ ਇਹ ਸਾਡੇ ਕੋਲ ਕੀ ਬਣ ਗਿਆ 1 - nx plus n × n - 1/2 ਫੈਕਟੋਰੀਅਲ x ਸਕੁਅਰ ਐਂਡ ਸੋ ਔਨ। ਸੋ ਜਿਹੜਾ ਆਪਾਂ ਫਾਰਮੂਲਾ 1 + x ਦਾ ਲਿਖਿਆ ਸੀ 1 - x ਦੀ ਪਾਵਰ n ਦਾ ਬਣ ਗਿਆ, ਕਿਉਂਕਿ ਅਲਟਰਨੇਟਿਵਲੀ ਪਲੱਸ ਮਾਈਨਸ ਦੀਆਂ ਟਰਮਸ ਆ ਰਹੀਆਂ। ਸੋ ਦਿਸ ਇਜ਼ ਦੀ ਫਾਰਮੂਲਾ 1 - x। ਤਾਂ ਦਿਸ ਇਜ਼ x ਜਿਹਦੀ ਪਾਵਰ ਸਾਡੀ ਇਨਕਰੀਜ਼ ਕਰ ਰਹੀ ਹੈ ਉਹ x ਆ। 1 - x ਰੇਜ਼ ਟੂ ਪਾਵਰ n ਆ ਗਿਆ। ਤਾਂ ਇੱਥੇ ਤੱਕ ਆਪਾਂ ਸਮ ਜਿਹੜਾ ਹੈ ਫਾਰਮੂਲਾ ਲਗਾ ਲਿਆ ਥਰਡ ਟਾਈਪ ਦਾ, ਜਿਸ 'ਚ ਆਪਾਂ ਬਾਇਨੋਮੀਅਲ ਯੂਜ਼ ਕੀਤੀ ਆ। ਉਸ ਤੋਂ ਬਾਅਦ ਆਪਾਂ ਇਹਨੂੰ ਸਿੰਪਲੀਫਾਈ ਕਰਨਾ, ਰੀਅਲ ਐਂਡ ਇਮੈਜਨਰੀ ਪਾਰਟ ਇਹਦੇ ਸੈਪਰੇਟ ਕਰਨੇ ਆ। ਫॉर दैट ਇਹਦੇ 'ਚ ਪਹਿਲਾਂ ਡਿਨੋਮੀਨੇਟਰ ਨੂੰ ਇੱਥੇ ਐਲਸੀਐਮ ਲੈ ਲਿਆ। ਸੋ ਯੂ ਔਰ e ਰੇਜ਼ ਟੂ ਪਾਵਰ iota alpha ਨੂੰ cos alpha plus iota sin alpha ਲਿਖ ਲਿਆ। ਯੂ ਕੈਨ ਸੀ ਕਿ ਐਲਸੀਐਮ ਤੋਂ ਬਾਅਦ cos alpha ਕੈਂਸਲ ਹੋ ਜਾਂਦਾ ਹੈ, ਤੇ iota - iota sin alpha ਦੀ ਪਾਵਰ n। ਤਾਂ ਮਾਈਨਸ iota ਮਤਲਬ -1 ਦੀ ਪਾਵਰ n ਤੇ iota ਦੀ ਪਾਵਰ n ਤੇ sin alpha ਤੇ ਨੀਚੇ ਵਾਲਾ cos n alpha ਕਿਉਂਕਿ ਨੀਚੇ ਪਾਵਰ ਜਿਹੜੀ cos alpha 'ਤੇ ਵੀ ਜਾਣੀ ਸੀ ਉਹ ਇਹਦੇ ਨਾਲ ਕੱਟ ਜਾਂਦਾ ਆ। ਸੋ ਆਹੀ ਸਾਡੇ ਕੋਲ ਬਚਿਆ -1 ਦੀ ਪਾਵਰ n, iota ਦੀ ਪਾਵਰ n ਤੇ sin n alpha। ਹੁਣ iota ਦੀ ਪਾਵਰ n, iota ਕੀ ਹੈ ਸਾਡੇ ਕੋਲ, ਜਾਂ -1 ਦੀ ਪਾਵਰ n ਕੀ ਹੈ, n ਈਵਨ ਹੋ ਸਕਦਾ ਜਾਂ ਔਡ ਹੋ ਸਕਦਾ। ਜੋ ਅਗਰ n ਈਵਨ ਹੋਵੇ ਤਾਂ n - 1 ਹੋ ਜਾਣਾ। ਅਗਰ n ਔਡ ਹੋਵੇ, ਪਹਿਲਾਂ ਕਿਸ ਅਗਰ ਆਪਾਂ ਔਡ ਲੈਂਦੇ ਹਾਂ ਤਾਂ ਇਹ ਔਡ ਦੇ ਵਿੱਚ ਇੱਕ ਨੰਬਰ ਸਬਟਰੈਕਟ ਕਰ ਦਿਓ, n - 1 ਵਿਲ ਬੀ ਈਵਨ। ਸੋ ਅਗਰ n - 1 ਈਵਨ ਆ ਤਾਂ ਆਪਾਂ ਇਹ ਜਿਹੜਾ -1 ਦੀ ਪਾਵਰ n ਆ, ਇੱਕ ਤਾਂ n ਔਡ ਹੋਣ ਕਰਕੇ ਇਹ ਮਾਈਨਸ ਹੀ ਰਹਿ ਜਾਊਗਾ, ਠੀਕ ਹੈ। -1 ਦੀ ਪਾਵਰ n ਅਗਰ n ਔਡ ਆ, ਅਤੇ ਜਿਹੜਾ iota ਆ, iota ਦੇ ਵਿੱਚ ਆਪਾਂ ਕੀ ਕਰਨਾ ਆ, iota ਦੀ ਪਾਵਰ n - 1 ਅਲੱਗ ਕਰ ਦੇਣੀ ਅਤੇ 1 ਪਾਵਰ ਸੈਪਰੇਟ ਕਰ ਲੈਣੀ, ਕਿਉਂਕਿ iota ਦੀ ਪਾਵਰ n - 1 ਅਗਰ iota ਈਵਨ ਹੋਵੇ ਤਾਂ ਉਹ ਬਣ ਜਾਂਦਾ ਹੈ -1, ਕਿਉਂਕਿ iota ਸਕੁਅਰ ਇਜ਼
-1, ठीक है। तो इस करके इहनूं आपां लिख लेना आ जिहड़ा एओटा दी पावर n-1 नूं एओटा स्केयर रेज़ टू पावर n-1/2 2 ਨੂੰ ਮਲਟੀਪਲਾਈ ਡਿਵਾਈਡ ਕਰ ਦਿੱਤਾ ਪਾਵਰ ਨੂੰ ਤਾਂ ਕਿ एओटा स्केयर ਦੀ ਜਗ੍ਹਾ ਤੇ -1 ਪੁੱਟ ਕਰ ਸਕੀਏ ਐਂਡ ਦੈਨ ਵੀ ਕੈਨ ਰਾਈਟ ਦੀ ਰਿਜ਼ਲਟ। ਇਸੇ ਤਰ੍ਹਾਂ ਅਗਰ n ਈਵਨ ਆ ਤਾਂ ਅਸੀਂ ਈਵਨ ਜਿਹੜਾ ਨੰਬਰ ਆ ਉਹਨੂੰ ਇੱਦਾਂ ਲਿਖ ਲੈਣਾ एओटा स्केयर रेज़ टू पावर n/2 ਜਿਹੜੀ एओटा ਦੀ ਪਾਵਰ n ਸੀ ਉਹਨੂੰ ਇਸ ਤਰੀਕੇ ਨਾਲ ਲਿਖਾਂਗੇ ਤੇ ਵਿਲ ਹੈਵ ਦੀ ਰਿਜ਼ਲਟ ਫॉर ਦਿਸ। ਸੋ ਇਹਦੇ 'ਚ ਸਾਡੇ ਕੋਲ ਪਤਾ ਚੱਲਿਆ ਕਿ ਅਗਰ n ਔਡ ਆ ਹੈ ਨਾ ਤਾਂ ਇਸ ਜਿਹੜੀ ਸੀਰੀਜ਼ ਦੇ ਵਿੱਚ ਇੱਥੇ ਅਗਰ n ਔਡ ਆ ਗਿਆ ਤਾਂ ਜਿਹੜਾ ਰੀਅਲ ਪਾਰਟ ਇਹ 'ਚ ਆਉਣਾ ਹੀ ਨਹੀਂ ਬਿਕੋਜ਼ ਇਹ 'ਚ ਸਿਰਫ एओटा ਵਾਲੀ ਟਰਮ ਆਏਗੀ। ਤੇ ਅਗਰ n ਈਵਨ ਆ ਦੈਨ एओटा ਜਿਹੜਾ ਆ ਉਹ एओटा ਤੋਂ ਬਿਨਾਂ ਵਾਲੀ ਟਰਮ ਜਿਹੜੀ ਆ ਰੀਅਲ ਪਾਰਟ ਜਿਹੜਾ ਉਹ ਆ ਜਾਏਗਾ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਾਂ ਦੋ ਕੇਸ ਬਣਾ ਲੈਂਦੇ ਹਾਂ ਕਿ ਗਿਵਨ ਰਿਜ਼ਲਟ ਜਿਹੜਾ ਆ ਉਹਦੇ ਵਿੱਚ एओटा ਆਏਗਾ ਕਿ ਨਹੀਂ ਆਏਗਾ। ਸਾਨੂੰ C ਵਾਲੀ ਸੀਰੀਜ਼ ਪੁੱਛੀ ਸੀ ਨਾ, ਤਾਂ C ਵਾਲੀ ਸੀਰੀਜ਼ ਹੋਏਗੀ ਰੀਅਲ ਪਾਰਟ ਜਿਹ 'ਚ एओटा ਨਹੀਂ ਆਉਂਦਾ। ਸੋ अगर n ऑड है तो साढ़े कोल एओटा वाली टर्म आएगी, दूजी आनी नहीं तो 0 आंसर आ गया। अगर n ईवन है तो साढ़े कोल रियल पार्ट आएगा, एओटा वाली टर्म नहीं आएगी। सो दिस डिपेंड अपॉन दिस n कि n की है ईवन है कि ऑड है, ਉਹਦੇ अकॉर्डिंगली ਅਸੀਂ ਇਹਦਾ आंसर लिखते हैं। ਹੁਣ ਨੈਕਸਟ ਦੇਖੋ, ਅਗਰ ਨੈਕਸਟ ਜਿਹੜੀ ਟਾਈਪ ਹੈ ਉਹ ਐਕਸਪੋਨੈਂਸ਼ੀਅਲ ਸੀਰੀਜ਼ ਹੈ। e रेज़ टू पावर x ਦੀ ਸਾਨੂੰ ਐਕਸਪੈਂਸ਼ਨ ਪਤਾ ਹੈ 1 + x + x² 2 ਫੈਕਟੋਰੀਅਲ x³ 3 ਫੈਕਟੋਰੀਅਲ ਐਂਡ ਸੋ ਔਨ। ਤੁਹਾਨੂੰ ਆਪਾਂ e रेज़ टू पावर x ਲਿਖ ਲੈਣਾ ਅਗਰ ਸਾਡੇ ਕੋਲ ਇੱਦਾਂ ਦੀ ਸੀਰੀਜ਼ ਬਣਦੀ ਹੋਵੇ। ਅਗਰ ਅਲਟਰਨੇਟਿਵਲੀ ਪਲੱਸ ਮਾਈਨਸ ਸਾਈਨ ਹੋਣ ਤਾਂ e रेज़ टू पावर -x ਦੀ ਉਹ ਐਕਸਪੈਂਸ਼ਨ ਹੁੰਦੀ ਆ। ਸੋ ਇਹਦੀ ਵੀ ਆਪਾਂ ਇੱਕ ਐਗਜ਼ਾਮਪਲ ਦੇਖਦੇ ਹਾਂ, ਜਿੱਦਾਂ ਸਮ ਟੂ ਇਨਫਿਨਿਟੀ, ਇਹ ਸਮ ਅਪ ਟੂ ਇਨਫਿਨਿਟੀ ਆਉਂਦਾ ਹੁੰਦਾ ਆ। तो cos अल्फ़ा cos बीटा अपॉन 1 फैक्टोरियल cos अल्फ़ा प्लस बीटा एंड cos स्क्वायर बीटा अपॉन 2 फैक्टोरियल cos अल्फ़ा प्लस 2 बीटा। सो अपन पता है cos की सीरीज़ है क्योंकि cos अल्फ़ा प्लस बीटा अल्फ़ा प्लस 2 बीटा ये AP सीरीज़ फॉर्म कर रही है cos वाली टर्म्स ना, तो ये C है। ਇਹਦੇ ਕੋਰਸਪੋਂਡਿੰਗਲੀ S ਲਿਖ ਲੈਣਾ ਆਪਾਂ, ਜਿੱਥੇ ਜਿੱਥੇ cos ਹੈ ਉੱਥੇ ਸਾਈਨ ਕਰ ਦੇਣਾ, ਬਾਕੀ ਟਰਮ ਐਜ਼ ਇਟ ਇਜ਼। ਸੋ ਦਿਸ ਇਜ਼ ਆਵਰ S ਫਰੋਮ ਹੇਅਰ। तो उस तो बाद C + एओटा S करन नाल साडे कोल एक्सपोनेंशियल वाली टर्म्स इच आ जाणियां। सो नाउ वी कैन सी कि e रेज़ टू पावर एओटा अल्फा क्योंकि हर एक दे विच आंदा है, e रेज़ टू पावर एओटा अल्फा कॉमन ले लिया 1 प्लस हुण इत्थों अगर एओटा अल्फा कॉमन रवांगे तो एओटा बीटा रहूगा विच, एओटा बीटा इंटू cos बीटा ये रह जाना ते 1 फैक्टोरियल। ਇਹਦੇ ਵਿੱਚ एओटा अल्फा कॉमन लिया तो e रेज़ टू पावर एओटा 2 बीटा ਤੇ cos स्क्वायर बीटा, तो 2 ਜਿਹੜੀ ਪਾਵਰ ਆਪਾਂ ਕਾਮਨ ਲਿਖ ਦਿੱਤੀ ਤੇ ਇਸ ਤਰੀਕੇ ਨਾਲ। तो ਸਾਡੇ ਕੋਲ ਬਣ ਗਿਆ 1 प्लस ਇਹਨੂੰ अगर x मान ली 1 + x + x² 2 फैक्टोरियल एंड सो ऑन। सो दिस इज़ अवर एक्सपोनेंशियल सीरीज़ ਜਿਹੜੀ ਪਹਿਲੀ ਆਪਾਂ ਲਿਖੀ ਸੀ। तो ਇਹ ਬਣ ਗਿਆ e रेज़ टू पावर x। तो x ਕੀ ਹੈ, ਆਹੀ ਟਰਮ ਹੈ x ਜਿਹਦੀ ਪਾਵਰ ਇਨਕਰੀਜ਼ ਕਰ ਰਹੀ ਹੈ। ਸੋ e रेज़ टू पावर x ਦੀ ਫਾਰਮ 'ਚ ਆਪਾਂ ਲਿਖ ਲਿਆ। ਹੁਣ ਆਪਾਂ ਇਹਨੂੰ ਸੋਲਵ ਕਰਨਾ ਰੀਅਲ ਤੇ ਇਮੈਜਨਰੀ ਪਾਰਟ 'ਚ। ਉਹਦੇ ਲਈ ਪਹਿਲਾਂ e रेज़ टू पावर एओटा बीटा ਨੂੰ ਆਪਾਂ cos बीटा + एओटा sin बीटा ਲਿਖਿਆ, ਦੈਨ ਵੀ ਮਲਟੀਪਲਾਈ ਦਿਸ cos बीटा, ਦੋਨਾਂ ਨੂੰ ਮਲਟੀਪਲਾਈ ਕਰ ਦਿੱਤਾ ਤੇ cos ਦੀ ਪਾਵਰ e ਦੀ ਪਾਵਰ cos स्क्वायर बीटा ਜਿਹੜਾ ਰੀਅਲ ਪਾਰਟ ਸੀ ਅਲੱਗ ਕਰ ਲਿਆ, ਇਮੈਜਨਰੀ ਅਲੱਗ, ਕਿਉਂਕਿ e रेज़ टू पावर एओटा थीटा ਬਣ ਜਾਣਾ ਇਹ। ਇਹਨੂੰ ਫਿਰ cos + एओटा sin ਦੀ ਫਾਰਮ 'ਚ ਲਿਖ ਸਕਦੇ ਹਾਂ। तो ਹੁਣ ਆਪਾਂ ਇਹਨੂੰ ਮਲਟੀਪਲਾਈ ਜਦੋਂ ਅੰਦਰ ਕਰਾਂਗੇ ਤਾਂ ਸਾਡੇ ਕੋਲ ਰੀਅਲ ਤੇ ਇਮੈਜਨਰੀ ਪਾਰਟ ਆ ਜਾਣਗੇ, ਔਰ ਸਾਨੂੰ ਰੀਅਲ ਪਾਰਟ ਹੀ ਪੁੱਛਿਆ ਹੋਇਆ ਕਿਉਂਕਿ cos ਦੀ ਸੀਰੀਜ਼ ਦਾ ਆਨਸਰ ਚਾਹੀਦਾ ਸੀ ਸਾਨੂੰ। तो ਰੀਅਲ ਪਾਰਟ ਇਜ਼ ਦਿਸ। ਸੋ ਇਨ ਦਿਸ ਵੇ ਯੂ ਕੈਨ ਕੰਪੇਅਰ ਦੀ ਸੀਰੀਜ਼ ਕਿ ਉਹ ਐਕਸਪੋਨੈਂਸ਼ੀਅਲ ਬਣਦੀ ਹੈ ਕਿ ਨਹੀਂ, ਆਪਾਂ ਉਹਦੇ ਹਿਸਾਬ ਨਾਲ ਕਰਨਾ। एक बायनोमियल सीरीज़ का यह भी क्वेश्चन हैगा, अगर तुहाडे कोल 1 + x रेज़ टू पावर -1/2 होवे, ये की है, इहदे नाल क्यों फर्क है क्योंकि इत्थे n साडे कोल आ गया नैगेटिव <0। अगर नैगेटिव होवे तो सीरीज़ अप टू इनफिनिटी तक आती है, और अगर पर्टिकुलरली इत्थे n की जगह ते -1/2 होवे तो आ सीरीज़ आती, क्योंकि इस तरीके के बड़े सारे क्वेश्चन ने तुहाडे एक्सरसाइज दे विच एग्जाम्पल्स दे विच तां मैं ये क्वेश्चन लिया करन दे लई। सो ये तुसीं याद रखना कि अगर 1 - 1/2x प्लस 1 × 3/2 × 4 जाने कि ऊपर ऑड नंबर की प्रोडक्ट से नीचे ईवन नंबर की प्रोडक्ट इस तरीके आता, तो एक्स की पावर इनक्रीज़ कर दी अप टू इनफिनिटी, तो वो साडी सीरीज़ होंदी है 1 + x रेज़ टू पावर -1/2। इसकी एग्जाम्पल है वाली सीरीज़, ये भी cos की सीरीज़ है क्योंकि cos 2 थीटा 4 थीटा इत्थे आपां साइन कर देना है, तो वी विल राइट दी साइन सीरीज़ S। फिर आप C + एओटा S लिखते हैं, विल गेट दिस थिंग। तो आप ये देख सकते हैं कि 1 - 1/2 इत्थे साडा जिहड़ा नंबर आ गया वो x आ, अगले च इहदा ही स्केयर आ जाना, उहदा ही क्यूब आ जाना, तो ये साडा x हो गया
तो आपां की लिखना 1 माइनस 1 प्लस एक्स रेस टू पावर माइनस 1/2। सो एक्स की है साडा ई रेस टू पावर एओटा 2 थीटा। तो ई रेस टू पावर एओटा 2 थीटा लिख लिया एक्स की जगह ते। हुण आपां इहनूं रियल ते इमेजिनरी पार्ट सैपरेट करना। फॉर दिस पहला आपां इहनूं जिहड़ा cos 2 एओटा थीटा इहनूं ई रेस टू पावर 2 एओटा थीटा नूं cos 2 थीटा प्लस एओटा sin 2 थीटा लिख लिया। उस तो बाद 1 प्लस cos नूं हाफ एंगल दे विच कर लिया, 2 थीटा सी ना, इहदे sin 2 थीटा नूं भी हाफ एंगल च, इहदे विचों cos थीटा ते 2 जिहड़ा ये कॉमन आ जांदा, इहदी पावर माइनस 1/2 आ जानी आ। ते बाकी cos थीटा प्लस एओटा sin थीटा दी पावर माइनस 1/2, जिथे आपां लगा लेना अपना डी मोवरस थ्योरम दा फार्मूला। ते एंगल दे अंदर मल्टीप्लाई कर देना 1/2 दे नाल। एंड दैन वी हैव द रियल एंड इमेजिनरी पार्ट एंड वी आर आस्क्ड अबाउट रियल पार्ट। सी दी वैल्यू, सी वाली सीरीज़ जिहड़ी है ये साडे कोल आ जाएगी। तो इस तरीके नाल ये सम तुसीं कंप्लीट करने एक्सरसाइज दे डिफरेंट